ਸਤਿ ਸ਼੍ਰੀ ਅਕਾਲ ਬੱਚਿਓ। ਅੱਜ ਆਪਾਂ ਕਲਾਸ 10 ਦੀਆਂ ਸਾਹਿਤ ਸੁਗੰਧੀਆਂ ਵਿੱਚੋਂ ਭਾਗ ਦੂਜਾ ਨਿਬੰਧ ਦਾ ਕਰਾਂਗੇ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਬਾਰੇ ਪੜ੍ਹਾਂਗੇ। ਪ੍ਰੋਫੈਸਰ ਪੂਰਨ ਸਿੰਘ ਜੀ ਪੰਜਾਬੀ ਕਾਵਿ ਜਗਤ ਵਿੱਚ ਅਲਬੇਲੇ ਕਾਵਿ ਵਜੋਂ ਜਾਣਿਆ ਜਾਂਦਾ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਝਲਕ ਨਜ਼ਰ ਆਉਂਦੀ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਦਾ ਜਨਮ 17 ਜਨਵਰੀ 1881 ਵਿੱਚ ਸਲਹਟ ਐਬਟਾਬਾਦ, ਜੋ ਹੁਣ ਪਾਕਿਸਤਾਨ ਵਿੱਚ ਹੈ, ਵਿਖੇ ਹੋਇਆ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਮੁੱਢਲੀ ਵਿੱਦਿਆ ਰਾਵਲਪਿੰਡੀ ਤੋਂ ਹਾਸਲ ਕੀਤੀ। MSc ਪਾਸ ਕਰਕੇ ਉਚੇਰੀ ਪੜ੍ਹਾਈ ਲਈ ਜਾਪਾਨ ਗਏ। ਜਾਪਾਨ ਵਿੱਚ ਸਾਹਿਤ ਕਲਾ ਦਾ ਅਧਿਐਨ ਕਰਦਿਆਂ ਆਪ ਨੇ ਬੁੱਧ ਧਰਮ ਦਾ ਵਿਸ਼ੇਸ਼ ਪ੍ਰਭਾਵ ਵੀ ਕਬੂਲਿਆ। ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਤੇ ਹਿੰਦੀ ਵਿੱਚ ਵੀ ਕਲਮ ਅਜਮਾਈ। ਖੁੱਲ੍ਹੇ ਲੇਖ ਆਪ ਦੀ ਮਹੱਤਵਪੂਰਨ ਕਿਰਤ ਹੈ। 31 ਮਾਰਚ 1931 ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਦੇਹਾਂਤ ਹੋ ਗਿਆ। ਖੁੱਲ੍ਹੇ ਕੁੰਡ, ਖੁੱਲ੍ਹੇ ਰੰਗ, ਆਸਮਾਨੀ, ਖੁੱਲ੍ਹੇ ਮੈਦਾਨ ਆਪ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ। ਹੁਣ ਆਪਾਂ ਇਹਨਾਂ ਦੀ ਲਿਖੀ ਹੋਈ ਰਚਨਾ ਕਿਰਤ ਬਾਰੇ ਪੜ੍ਹਾਂਗੇ। ਪਿਆਰ ਅਤੇ ਮਿੱਤਰਤਾ ਦੇ ਹੋਰ ਵਿਦਿਅਕ ਗੁਣਾਂ ਨੂੰ ਆਪਣੇ ਵਿੱਚ ਆਵੇਸ਼ ਰੂਪ ਵਿੱਚ ਅੜਚਣ ਲਈ ਤੇ ਫਿਰ ਆਪਣੇ ਅੰਦਰ ਧਾਰਨ ਕਰਨ ਲਈ ਤੇ ਮੁੜ ਉਹਨਾਂ ਨੂੰ ਅੰਦਰ ਬਾਹਰ ਇੱਕ ਮਾਲਤੀ ਦੇ ਫੁੱਲ ਵਾਂਗ ਸੁਗੰਧੀ ਖਿਲਰਨ ਲਈ ਆਦਮੀ ਨੂੰ ਕਦੀ ਨਿਕੰਮਾ ਨਹੀਂ ਰਹਿਣਾ ਚਾਹੀਦਾ। ਜਿਸ ਦੇ ਹੱਥ ਵਿੱਚ ਕਿਰਤ ਨਹੀਂ, ਉਹ ਨਿਕੰਮਾ ਆਦਮੀ ਹੈ ਔਰ ਉਹ ਕਦੇ ਉੱਚ ਜੀਵਨ ਦੇ ਮਰਮਾਂ ਨੂੰ ਅਨੁਭਵ ਨਹੀਂ ਕਰ ਸਕਦਾ। ਇਹ ਬੰਦਾ ਜਿਹੜਾ ਸਹਿਜ ਸੁਭਾਅ ਆਪਣੇ ਕੰਮ ਵਿੱਚ 8 ਪਹਿਰ ਹੀ ਧਿਆਨ ਨਾਲ ਲੱਗਾ ਹੈ, ਉਸ ਨੂੰ ਮਾੜੇ ਚਿਤਵਨ ਤੇ ਕੰਗਾਲਤਾ ਦੇ ਪਾਮਰ ਕਰਮ ਕਰਨ ਦੀ ਵੇਲ ਹੀ ਨਹੀਂ ਲੱਗਦੀ। ਸਿਆਣਿਆਂ ਜੋ ਇਹ ਕਿਹਾ ਹੈ ਕਿ ਨਿਕੰਮਾ ਮਨ ਸ਼ੈਤਾਨ ਦੀ ਆਪਣੀ ਟਕਸਾਲ ਹੋ ਜਾਂਦਾ ਹੈ, ਇਸ ਕਥਨ ਵਿੱਚ ਬੜਾ ਸੱਚ ਭਰਿਆ ਪਿਆ ਹੈ। ਹੁਣ ਤੁਸੀਂ ਆਪਣੇ ਦੇਸ਼ ਦੇ ਜਾਪਾਨ ਦੇ ਦੇਸ਼ ਦਾ ਜੇ ਮੁਕਾਬਲਾ ਕਰੋ ਤਦ ਪਤਾ ਲੱਗਦਾ ਹੈ ਕਿ ਉੱਥੇ ਕਿਸੇ ਨੂੰ ਮਨਘੜੰਤ ਖਿਆਲਾਂ ਅਤੇ ਵਿਚਾਰਾਂ ਦੀ ਗੂੜ੍ਹੀ ਗਿਆਨ ਗੂਦੜੀ ਦੀਆਂ ਮਾਨਸਿਕ ਚੰਚਲਤਾ ਦੀਆਂ ਖੇਡਾਂ ਕਰਨ ਦੀ ਵੇਲ ਨਹੀਂ ਸੀ। ਉਹ ਚਿਤਵਨ ਆਪਣੇ ਕੰਮਾਂ ਵਿੱਚ ਲੱਗੇ ਹਨ। ਇੱਕ ਤਰਖਾਣ ਜੋ ਆਪਣੇ ਹੱਥ ਨਾਲ ਲੱਕੜੀ ਨੂੰ ਰੂਪ ਦੇ ਰਿਹਾ ਹੈ, ਇਹ ਲੋਹਾਰ ਜੋ ਗਰਮ ਲੋਹੇ ਨੂੰ ਸਾਧ ਰਿਹਾ ਹੈ, ਇੱਕ ਚਿੱਤਰਕਾਰ ਜਿਹੜਾ ਧਿਆਨ ਵਿੱਚ ਕਿਸੇ ਦੇਖੀ ਚੀਜ਼ ਨੂੰ ਅਮਰ ਕਰ ਰਿਹਾ ਹੈ, ਭਾਵੇਂ ਉਹ ਸਿਰਫ ਰੰਗ ਰੂਪ ਤੇ ਪ੍ਰਭਾਵ ਨੂੰ ਅਮਰ ਕਰ ਰਿਹਾ ਹੈ, ਉਹਨਾਂ ਨੂੰ ਅਥਕ ਕਿਰਤ ਕਰਨ ਦੀ ਥਾਂ ਉਪਜੀ ਸਹਿਜ ਸਮਾਧੀ ਦੇ ਸੁੱਖ ਵੀ ਵਿਹਲ ਹੋ ਹੀ ਨਹੀਂ ਸਕਦੀ ਕਿ ਉਹ ਕਿਸੇ ਦਵੈਤ ਦੇ ਦੁੱਖ ਤੋਂ ਨਿਕੰਮੇ ਵਾਦ ਵਿਵਾਦ ਵਿੱਚ ਪੈਣ। ਉਹ ਗੱਲਾਂ ਕਰਨ ਵਾਲਿਆਂ ਨੂੰ ਕੁਝ ਪਾਗਲ ਸਮਝਦੇ ਹਨ। ਉਹ ਸਮਾਂ ਜਿਹੜਾ ਨੈਣਾ ਪ੍ਰਾਣਾਂ ਨਾਲੋਂ ਕੁਝ ਸਾਧ ਸਕਦਾ ਹੈ, ਉਹ ਵਿਅਰਥ ਨਿਕੰਮੇ ਮਨ ਦੇ ਭੋਰੇ ਖਿਆਲ ਉਡਾਰੀਆਂ ਮਸਲੇ ਬਾਜ਼ੀਆਂ, ਰੱਬ ਹੈ ਨਹੀਂ ਹੈ, ਚਿੱਟਾ ਹੈ ਕਾਲਾ ਹੈ ਆਦਿ ਵਿੱਚ ਵਣਜਾਨ ਕਿਹੜੀ ਸਿਆਣਪ ਹੈ। ਸੁੱਚੀ ਕਿਰਤ ਕਰਨ ਵਾਲੇ ਦੇ ਹੱਥ ਪੈਰ ਆਪ ਮੁਹਾਰੇ ਪਾਕ ਹੋ ਜਾਂਦੇ ਹਨ। ਮਾਨਸਿਕ ਚਿਤਵਨ ਕਿੰਨਾ ਵੀ ਉੱਚਾ ਹੋਵੇ, ਰੂਹ ਨੂੰ ਸਾਫ਼ ਨਹੀਂ ਕਰਦਾ, ਮੈਲਾ ਕਰਦਾ ਹੈ, ਪਰ ਸਰੀਰ ਨਾਲ ਕੀਤੀ ਕਿਰਤ ਆਪ ਮੁਹਾਰੀ। ਜਿਸ ਤਰ੍ਹਾਂ ਵ੍ਰਿਕਸ਼ਾਂ ਉੱਤੇ ਫਲ ਫੁੱਲ ਆਉਣ ਲੱਗਦੇ ਹਨ, ਸਿਦਕ ਤੇ ਪਿਆਰ ਦੇ ਰੱਬ ਦੀ ਰੱਬਤਾ ਵਿੱਚ ਜੀਣ ਲੱਗ ਜਾਂਦਾ ਹੈ। ਈਸਾਈ ਮਤ ਬਾਦਸ਼ਾਹੀ ਮਹਿਲਾਂ ਵਿੱਚ ਟੋਲਸਟਾਏ ਨੂੰ ਨਜ਼ਰ ਨਹੀਂ ਸੀ ਆਇਆ, ਪਰ ਭੋਲੇ ਭਾਲੇ ਰੂਸ ਦੇ ਕਿਰਸਾਨਾਂ ਦੇ ਵਹਿਮਾਂ ਦੇ ਹਨੇਰੇ ਵਿੱਚ ਬਿਜਲੀ ਲਿਸ਼ਕਦੀਆਂ ਧਾਰੀਆਂ ਸੱਚੇ ਸਿਦਕ ਦੀ ਉਹਨਾਂ ਨਜ਼ਰ ਆਈਆਂ। ਕਿਰਸਾਨ ਜ਼ਮੀਂਦਾਰ ਜਿਹੜੇ ਹਲ ਵਾਹੁੰਦੇ ਤੇ ਮਜ਼ਦੂਰੀਆਂ ਕਰਦੇ ਹਨ, ਉਹਨਾਂ ਨੂੰ ਸਹਿਜ ਸੁਭਾਅ, ਦਇਆ, ਉਦਾਰਤਾ, ਤਿਆਗ, ਰਜਾ ਆਦਿ ਮਹਾਨ ਗੁਣਾਂ ਦੀ ਛਾਇਆ ਹੁੰਦੀ ਹੈ। ਕਿਸੇ ਅਮੀਰ ਦੇ ਦਿਲ ਵਿੱਚ ਨੁਕਸਾਨ ਉਠਾ ਕੇ ਰਜਾ ਦਾ ਨੁਕਤਾ ਨਹੀਂ ਆਉਂਦਾ, ਪਰ ਮੈਂ ਕਿਰਤੀ ਕਿਸਾਨਾਂ, ਕੀ ਸਿੱਖ ਤੇ ਕੀ ਮੁਸਲਮਾਨ ਤੇ ਕੀ ਹਿੰਦੂ ਸਭ ਵੇਖਿਆ ਹੈ ਕਿ ਉਹ ਬੜੇ ਨੁਕਸਾਨ ਨੂੰ ਰੱਬ ਦੀ ਰਜਾ ਦੇ ਨੁਕਤੇ ਵਿੱਚ ਗੁਜ਼ਾਰ ਦਿੰਦੇ ਹਨ। ਉਹ ਗਮ ਬਿਨਾਂ ਸ਼ਿਕਵੇ ਦੇ
ਉਹ ਗਮ ਤੇ ਦੁੱਖ ਦੀ ਉਨੀ ਕਾਬ ਨਹੀਂ ਖਾਂਦੇ ਜਿੰਨੀ ਅਕਲਾਂ ਵਾਲੇ ਤੇ ਬਹੁ ਸੋਚਾਂ ਵਾਲੇ ਨਿੱਕੇ ਨਿੱਕੇ ਨੁਕਸਾਨ ਵੀ ਬਿਨਾਂ ਸਿਕਵੇ ਦੇ ਬਰਦਾਸ਼ਤ ਨਹੀਂ ਕਰ ਸਕਦੇ। ਤੇ ਖੜਵਾੜੇ ਵਿੱਚ ਬੈਠਾ ਕਿਸਾਨ ਜਿਸ ਖੁੱਲ੍ਹੇ ਦਿਲ ਤੇ ਉਦਾਰਤਾ ਨਾਲ ਦਾਨ ਕਰਦਾ ਹੈ, ਉਹ ਅਕਲ ਵਾਲਾ ਤੇ ਸੋਚਾਂ ਵਾਲਾ ਮਾਨਸਿਕ ਆਦਮੀ ਨਹੀਂ ਕਰ ਸਕਦਾ। ਜਿਸ ਤਰ੍ਹਾਂ ਗਊ ਵਿੱਚ ਬੱਚੇ ਨੂੰ ਪਿਆਰ ਕਰਨ ਦਾ ਸਹਿਜ ਸੁਭਾਅ ਗੁਣ ਹੈ ਤੇ ਕੁਦਰਤ ਤੇ ਜੀਵਨ ਵਿੱਚ ਆਖਰ ਦਿਵਯਤਾ ਦਾ ਲੱਛਣ ਦਰਸਾਉਂਦਾ ਹੈ, ਤਿਵੇਂ ਕਿਰਸਾਨ ਮਿਹਨਤ ਕਰਨ ਵਾਲੇ ਕੁਦਰਤ ਦੇ ਇਸ ਨੇਮ ਦੇ ਦਰਸ਼ਨ ਕਰਾਉਂਦਾ ਹੈ ਕਿ ਹੱਥ ਪੈਰ ਤੋਂ ਜੋ ਕੋਈ ਕਾਰ ਕਰੇ ਤਾਂ ਚਿੱਤ ਆਪ ਮੁਹਾਰਾ ਨਿਰੰਜਨ ਨਾਲ ਜੁੜਨ ਲੱਗ ਜਾਂਦਾ ਹੈ ਤੇ ਸਮਾਂ ਪਾ ਕੇ ਕਿਰਤ ਵੀ ਪੂਜਾ ਹੋ ਜਾਂਦੀ ਹੈ। ਕਾਰਲਾਇਲ ਨੇ ਠੀਕ ਵਚਨ ਕੀਤਾ ਹੈ ਕਿ ਇਹੋ ਜਿਹੀ ਰਜਾ ਸਹਿਜ ਸੁਭਾਅ ਰੱਬਤਾ ਦੀ ਚੁੱਪ ਸਿਦਕ ਵਿੱਚ ਜਿੰਦੀ ਬਿੰਦੀ ਕਿਰਤ ਰੱਬ ਦੀ ਪੂਜਾ ਤੁਲਿਆ ਹੈ। ਇਹ ਦੱਸਣ ਦੀ ਕੀ ਲੋੜ ਹੈ ਕਿ ਸਮੁੰਦਰਾਂ ਵਿੱਚ ਕੋਰਲ ਕੀੜੇ ਨਿੱਕੀ ਕਿਰਤ ਨਾਲ ਪਹਾੜ ਖੜੇ ਕਰ ਦਿੰਦੇ ਹਨ ਤੇ ਸਮੁੰਦਰਾਂ ਵਿੱਚ ਕੋਰਲ ਟਾਪੂ ਬਣ ਜਾਂਦੇ ਹਨ। ਜੋ ਕਿਰਤੀ ਦਾ ਇਹ ਵੀ ਸੁਭਾਅ ਹੁੰਦਾ ਹੈ ਕਿ ਉਹ ਨਿਰਮਾਨ ਹੋ ਕੇ ਲੱਗਾ ਰਹਿੰਦਾ ਹੈ ਤੇ ਉਹਦੇ ਕੰਮ ਵਿੱਚ ਬਰਕਤ ਪਾਉਣ ਵਾਲਾ ਕੋਈ ਹੋਰ ਹੁੰਦਾ ਹੈ। ਸੁੱਚੀ ਕਿਰਤ ਕਰਨ ਵਾਲੇ ਦਾ ਸਹਿਜ ਸੁਭਾਅ ਇਹ ਅਨੁਭਵ ਹੁੰਦਾ ਹੈ ਕਿ ਮੇਰਾ ਤਾਂ ਕੰਮ ਕਰਨਾ ਵੀ ਬਣਦਾ ਹੈ, ਫਲ ਦੇਣ ਵਾਲਾ ਕੋਈ ਹੋਰ ਹੈ। ਸੋ ਇਸ ਸਿਦਕ ਵਿੱਚ ਉਸ ਅੰਦਰ ਚੰਚਲ ਮਨਾਂ ਅਤੇ ਅਨੇਕ ਚਿੰਤਾ ਵਾਲੇ ਬੇਆਸਰਾ ਹੋ ਚੁੱਕੇ ਮਨਾਂ ਵਾਲੀ ਲੋਭ ਲਾਲਚ ਦੀ ਬਿਰਤੀ ਨਹੀਂ ਹੁੰਦੀ। ਥੋੜ੍ਹੇ ਵਿੱਚ ਸਬਰ ਬਹੁਤ ਹੁੰਦਾ ਹੈ ਤੇ ਇਹ ਚਮਕਦੀ ਉੱਚੀ ਸੁਰਤੀ ਦਾ ਚੋਟੀ ਦਾ ਰਸੀਕ ਅਨੁਭਵ ਹੈ। ਗੋ ਤਨ ਗਜ ਤਨ ਬਾਜ ਔਰ ਰਤਨ ਤਨ ਖਾਨ, ਜਬ ਆਵੇ ਸੰਤੋਖ ਤਨ ਸਭ ਤੂਲ ਅਸਮਾਨ। ਜਦੋਂ ਆਦਮੀ ਦੇ ਅੰਦਰ ਸੰਤੋਖ ਆ ਜਾਂਦਾ ਹੈ ਤਾਂ ਉਸਦੇ ਅੱਗੇ ਸਭ ਕੁਝ ਫਿੱਕਾ ਹੋ ਜਾਂਦਾ ਹੈ। ਆਪਣੇ ਕਸਬ ਵਿੱਚ ਹਰ ਇੱਕ ਕਿਰਤੀ ਦੇ ਅੰਦਰ ਕੁਦਰਤੀ ਸਾਦਗੀ ਤੇ ਬੇਪਰਵਾਹੀ ਹੁੰਦੀ ਹੈ। ਉਹ ਚਿੱਤਰਕਾਰ ਆਪਣੇ ਬਣਾਏ ਚਿੱਤਰ ਦੇ ਰੰਗ ਵੇਖ ਵੇਖ ਵਿਗਸਦਾ ਹੈ। ਉਹਨੂੰ ਕਿਥੇ ਫੁਰਸਤ ਹੈ ਕਿ ਉਹ ਆਪਣੇ ਕੱਪੜਿਆਂ ਦੀਆਂ ਸਿਲਵਟਾਂ ਵੱਲ ਤੱਕੇ ਜਾਂ ਆਪਣੇ ਖੁਦ ਬਣ ਗਏ ਵੈਰੀਆਂ ਦੀਆਂ ਚੋਟਾਂ ਦਾ ਖਿਆਲ ਕਰੇ। ਨਸ਼ੇ ਵਿੱਚ ਆਦਮੀ ਦੁਨੀਆ ਦੇ ਆਪਣੇ ਚੁਗਿਰਦੇ ਦੀ ਵੀ ਪਰਵਾਹ ਨਹੀਂ ਕਰਦਾ। ਸੋ ਕੰਮ ਵਿੱਚ ਲੱਗੇ ਆਦਮੀ ਸਹਿਜੇ ਹੀ ਕੁਝ ਆਪੇ ਦਾ ਰਸ ਮਾਣਦੇ ਹਨ ਔਰ ਉਹ ਨਿੰਦਿਆ ਉਸਤਤ ਦੋਹਾਂ ਦੀ ਅਤੀਤ ਜਿਹੇ ਹੁੰਦੇ ਹਨ। ਤੇ ਰਸੀਕ ਕਿਰਤਾਂ ਨੂੰ ਛੱਡ ਵੀ ਦਈਏ, ਸਧਾਰਨ ਸੁੱਚੀ ਹੱਥਾਂ ਪੈਰਾਂ ਦੀ ਕਿਰਤ ਤੇ ਕਸਬ ਵਾਲੇ ਆਪ ਵਿੱਚ ਬੱਚੇ ਵਾਂਗ ਅਬੋਝ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਇੱਕ ਅਮੀਰ ਇੱਕ ਵੈਰੀ ਮੋਟਰ ਤੇ ਜਾ ਰਿਹਾ ਸੀ। ਮੈਂ ਵਿੱਚ ਬੈਠਾ ਸਾਂ। ਅੱਗੇ ਇੱਕ ਬੁੱਢਾ ਗਰੀਬ ਗਵਾਲੀਅਰ ਦਾ ਕਿਰਸਾਨ ਠੁਮਕ ਠੁਮਕ ਆਪਣੀ ਲੈਅ ਵਿੱਚ ਜਾ ਰਿਹਾ ਸੀ। ਮੋਟਰ ਦੀ ਟੱਕਰ ਲੱਗ ਗਈ। ਮੋਟਰ ਵਾਲਾ ਸੱਜੇ ਤੇ ਉਹ ਖੱਬੇ ਹੋਇਆ, ਉਸ ਖੱਬੇ ਪਰਤਾਈ ਤੇ ਉਹ ਸੱਜੇ ਹੋਇਆ। ਇਸ ਘਬਰਾਹਟ ਵਿੱਚ ਟੱਕਰ ਉਹਨੂੰ ਲੱਗੀ। ਗਰੀਬ ਕਿਰਤੀ ਡਹਿ ਪਿਆ। ਅਮੀਰ ਨੇ ਮੋਟਰ ਖੜੀ ਕੀਤੀ। ਉਹ ਇਉਂ ਪਿਆ ਸੀ ਜਿਵੇਂ ਕਿਸੇ ਬ੍ਰਿਛ ਨੂੰ ਟੱਕਰ ਲੱਗੀ ਸੀ। ਕੁਝ ਵੀ ਨਹੀਂ ਸੀ ਹੋਇਆ। ਅਸਾਂ ਸਮਝਿਆ ਟੰਗ ਟੁੱਟ ਗਈ ਤੇ ਹਸਪਤਾਲ ਲੈ ਗਏ। ਉਹ ਡਾਕਟਰ ਅੱਗੇ ਵੀ ਇਉਂ ਪੈ ਗਿਆ ਜਿਵੇਂ ਕੋਈ ਲੱਟ ਹੁੰਦੀ ਹੈ। ਡਾਕਟਰ ਨੇ ਹਿਲਾ ਚਿਲਾ ਕੇ ਵੇਖਿਆ ਤੇ ਕਿਹਾ, ਟੁੱਟਿਆ ਕੁਝ ਨਹੀਂ। ਉਹ ਬੇਜ਼ਬਾਨ ਨੇ ਨਾ ਕੋਈ ਸ਼ਿਕਾਇਤ ਕੀਤੀ ਨਾ ਕੁਝ ਕੋਇਆ। ਜੇ ਕੋਈ ਅਨੇਕ ਚਿੰਤਨ ਵਾਲਾ ਹੁੰਦਾ ਤਾਂ ਹੋਰ ਕੁਝ ਨਹੀਂ, ਤਦ ਸ਼ਾਕੀ ਤਾਂ ਜ਼ਰੂਰ ਹੁੰਦਾ। ਇਹ ਸ਼ਿਕਵਾ ਵੀ ਨਾ ਕਰਨਾ ਕੋਈ ਜਹਾਲਤ ਦੀ ਗੱਲ ਨਹੀਂ। ਇਹ ਕਿਰਤ ਦੁਆਰਾ ਸਹਿਜ ਸੁਭਾਅ ਟਿਕੇ ਭਾਵੇਂ ਭੋਲੇ ਭਾਵ ਵਿੱਚ ਟਿਕੇ ਮਨ ਦਾ ਲੱਛਣ ਹੈ। ਸੋ ਸੁੱਚੀ ਕਿਰਤ ਜ਼ਰੂਰ ਰੱਬ ਦੀ ਪੂਜਾ ਹੈ ਕਿਉਂਕਿ ਸਾਧ ਤੇ ਕਿਰਤੀ ਦੇ ਲੱਛਣ ਮਿਲਦੇ ਹਨ। ਜਦ ਅਮੀਰ ਲੋਕ ਹੱਦ ਥੀ ਵੱਧ ਅਤਿਆਚਾਰ ਕਰਦੇ ਹਨ ਤਦ ਰੱਬ ਵੱਲੋਂ ਵੀ ਕੋਈ ਤੂਫਾਨ ਸੁਸਾਇਟੀ ਵਿੱਚ ਆਉਂਦਾ ਹੈ ਜਿਹੜਾ ਸੁਸਾਇਟੀ ਦੀ ਜ਼ਮੀਨ ਉੱਚੀ ਨੀਚੀ ਪੈਲੀ ਵਿੱਚ ਕਰਾਹ ਫੇਰਦਾ ਹੈ ਤੇ ਬੰਨੇ ਚਿੱਟੇ ਵੱਟ ਟੋਏ ਨੂੰ ਇੱਕ ਬਰਾਬਰ ਕਰ ਦਿੰਦਾ ਹੈ। ਯੂਰੋਪ ਵਿੱਚ ਕਈ ਵਾਰੀ
ਇਹ ਹੋਇਆ, ਪਰ ਫਿਰ ਵੀ ਮੁੜ ਗੱਲ ਸਮਾਂ ਪਾ ਕੇ ਉੱਥੇ ਹੀ ਆ ਟਿਕਦੀ ਹੈ। ਕੀਰਤੀ ਕੁਝ ਗਰੀਬ ਜਿਹੇ, ਨਿਮਾਣੇ ਜਿਹੇ ਤੇ ਅਮੀਰ ਲੋਕ-ਮਨ ਦੇ ਚੰਚਲ ਇਉਂ ਜਿਵੇਂ ਮੋਮ ਦੇ ਬਣੇ ਬੇਜਾਨ ਜਿਹੇ ਬੁੱਤ ਹੁੰਦੇ ਹਨ ਤੇ ਅੱਖਾਂ ਚਮਕਾਉਂਦੇ ਹਨ ਤੇ ਹੋਠ ਹਿਲਾਉਂਦੇ ਹਨ। ਉਹਨਾਂ ਨੂੰ ਉਹ ਸੁੱਖ ਜਿਹੜਾ ਕੀਰਤੀ ਦੀ ਹੱਡੀ ਵਿੱਚ ਕਿਰਤ ਪੈਦਾ ਕਰਦੀ ਹੈ, ਕਦੇ ਨਹੀਂ ਆ ਸਕਦਾ। ਨਿਕੰਮੇ ਹੋਣ ਕਰਕੇ ਉਹਨਾਂ ਨੂੰ ਧਰਮ ਕਰਮ ਦੀਆਂ ਗੱਲਾਂ, ਮਸਜਿਦਾਂ ਮੰਦਿਰ ਬਣਵਾਉਣ ਦੇ ਹੰਕਾਰੀ ਤੇ ਬਨਾਵਟੀ ਦਾਨ ਤੇ ਖੈਰੀਅਤਾਂ ਸੁਝਦੀਆਂ ਹਨ। ਉਹਨਾਂ ਨੂੰ ਅਗਰ ਵਿਸ਼ੇ ਦੇ ਕੀੜੇ ਕਿਹਾ ਜਾਏ ਤਦ ਸਧਾਰਨ ਉਹਨਾਂ ਦੀ ਸੁਰਤੀ ਦੀ ਹਾਲਤ ਦਾ ਵਰਣਨ ਹੈ। ਜਾਂ ਕੀਰਤੀ ਸੁੱਚਾ ਜਾਂ ਆਵੇਸ਼ ਗਰਭਿਤ ਸਾਧ, ਬਸ ਦੋ ਬੰਦੇ ਇਸ ਦੁਨੀਆ ਦੇ ਸਹਿਜ ਸੁਭਾਅ ਦੇ ਵੀ ਗੁਣਾਂ ਦੇ ਪ੍ਰਕਾਸ਼ਕ ਹੁੰਦੇ ਹਨ, ਔਰ ਉਹਨਾਂ ਦੇ ਉਹ ਗੁਣ ਆਪ ਮੁਹਾਰੇ ਇਉਂ ਚਮਕਦੇ ਹਨ ਜਿਸ ਤਰ੍ਹਾਂ ਇਸ ਠਹਿਰੇ ਗਗਨ ਵਿੱਚ ਸੂਰਜ ਦੀ ਜੋਤੀ। ਉਹਦੀ ਕਿਰਤ ਸਦਾ ਰਸੀਕ ਕਿਰਤ ਹੈ, ਜਿਹਦਾ ਦਿਸਣ ਵਾਲਾ ਰੂਪ ਕੇਵਲ ਬਸ ਜੀਵਨ ਰੋਹ ਚਲਾਉਣ ਵਾਲਾ ਦਰਸ਼ਨ ਹੈ ਤੇ ਕਲਾ, ਕੌਸ਼ਲ, ਆਰਟ, ਕਵਿਤਾ ਆਦਿ ਉਸ ਦੇ ਦਰਸ਼ਨ ਦੇ ਚਾਨਣਾ ਰੂਪ ਹਨ। ਉਹ ਸਾਧ ਹੈ ਤੇ ਇੱਧਰ ਇੱਕ ਅਡੋਲ ਸੁੱਚਾ ਕੀਰਤੀ ਸਦਾ ਕਸਬ ਕਰਨ ਵਾਲਾ ਬੰਦਾ ਹੈ, ਜਿਸ ਵਿੱਚ ਸਾਧ ਦੇ ਜੀਵਨ ਦਾ ਪ੍ਰਤੀਬਿੰਬ ਆਪ ਮੁਹਾਰਾ ਪੈਂਦਾ ਹੈ। ਮੈਂ ਦੇਖਿਆ ਹੈ ਕਿ ਸਿਰਫ ਇੱਕ ਗੁਰੂ ਨਾਨਕ ਸਾਹਿਬ ਦੇ 10 ਗੁਰੂਆਂ ਦੇ ਵਿਆਖਿਆਨ ਵਿੱਚ ਸਹਿਜ ਸੁਭਾਅ ਦੀਆਂ ਗੁਣਾਂ ਤੇ ਪ੍ਰਕਾਸ਼ਨ ਨੂੰ ਬਾਂਹ ਪਕੜ ਇਸ ਕੂੜ ਭਰਮ ਵਿੱਚੋਂ ਕੱਢਿਆ ਹੈ। ਉਹਨਾਂ ਨੇ ਦਰਬਾਰ ਵਿੱਚ ਇੱਕ ਪਾਸੇ ਸੁੱਚੀ ਕਿਰਤ, ਨੈਣ ਪ੍ਰਾਣਾਂ ਦੀ 10 ਨੋਹਾਂ ਦੀ ਮਿਹਨਤ ਕਰਨ ਦੀ ਕਦਰ ਤੇ ਹੈ ਤੇ ਦੂਜੇ ਪਾਸੇ ਪੂਰਨ ਬ੍ਰਹਮ ਗਿਆਨੀ, ਅਕਹਿ ਰਸੀਕ ਕਿਰਤ ਵਾਲੇ ਸਾਧੂ ਦੀ ਚੁੱਪ ਕਿਰਤ ਤੇ ਪੁਰਾਣ ਦਰਸ਼ਨ ਦੀ ਸਿਫਤ ਹੈ। ਤੇ ਸੁਸਾਇਟੀ ਮਨੁੱਖ ਦੀ ਜੜ੍ਹ ਤਾਂ ਕੀਰਤੀ ਦੀ ਕਿਰਤ ਤੇ ਚੋਟ ਦਾ ਫਲ ਸਾਧ ਦਾ ਵਜੂਦ ਦੱਸਿਆ ਹੈ। ਇਸ ਥੀ ਛੂਟ ਸਭ ਕਰਮ ਧਰਮ ਪਾਖੰਡ ਜੋ ਦੱਸੇ, ਤਿੰਨ ਜਮ ਜਗਾਤੀ ਲੁੱਟੇ, ਇਹਨਾਂ ਨੂੰ ਕੂੜੇ ਵਾਂਗੂ ਬਾਹਾਰੀ ਦੇ ਆਪਣੇ ਮੰਦਰ ਦੀ ਬਾਹਰ ਸੁੱਟੇ ਹਨ। ਉਹ ਅਵਿਦਿਆ ਹੈ ਜਿਹੜੀ ਮਾਨਸਿਕ ਜੂਏ ਨੂੰ ਤੇ ਅਨੇਕ ਚਿਤਵਾਨਾਂ ਦੇ ਮਨ ਘੜਿਤ ਮਸਲਿਆਂ ਨੂੰ ਕੁਦਰਤ ਦੇ ਕਾਦਰ ਦੇ ਰੰਗ ਥੀ ਜੁਦਾ ਕੀਤੇ ਮਨ ਦੀਆਂ ਚਰਚਾਵਾਂ ਤੇ ਖਿਆਲਾਂ ਨੂੰ ਕੋਈ ਹੈਸੀਅਤ ਦਿੰਦੀ ਹੈ। ਤੇ ਉਹ ਵਿਦਿਆ ਰੂਪ ਹੈ ਜਿਹੜੀ ਕੁਦਰਤ ਦੇ ਰੂਹ ਨਾਲ ਅਭੇਦ ਹੋ ਉਸੀ ਕਾਦਰ ਦੇ ਰੰਗ ਵਿੱਚ ਕਿਰਤ ਕਰਦੀ ਸਾਹ ਲੈਂਦੀ ਹੈ। ਹੁਣ ਅਭਿਆਸ ਦੇ ਪ੍ਰਸ਼ਨ ਕਰਨੇ ਹੈ। ਪਹਿਲਾ ਪ੍ਰਸ਼ਨ, ਕੀਰਤ ਨਿਬੰਧ ਵਿੱਚ ਆਏ ਮੁੱਖ ਵਿਚਾਰਾਂ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਸਾਰ ਲਿਖਣਾ ਹੈ। ਦੂਜਾ, ਸੁੱਚੀ ਕਿਰਤ ਜ਼ਰੂਰ ਰੱਬ ਦੀ ਪੂਜਾ ਹੈ, ਸਪਸ਼ਟ ਕਰੋ। ਤੀਜਾ ਪ੍ਰਸ਼ਨ, ਕੌਣ ਉੱਚ ਜੀਵਨ ਤੇ ਮਰਮਾਂ ਨੂੰ ਅਨੁਭਵ ਨਹੀਂ ਕਰ ਸਕਦਾ, ਨਿਬੰਧ ਦੇ ਆਧਾਰ ਤੇ ਬਿਆਨ ਕਰੋ। ਚੌਥਾ ਪ੍ਰਸ਼ਨ, ਸਾਧ ਤੇ ਕੀਰਤੀ ਦੇ ਲੱਛਣ ਕਿਵੇਂ ਮਿਲਦੇ ਹਨ, ਸਪਸ਼ਟ ਕਰੋ। ਪੰਜਵਾਂ ਪ੍ਰਸ਼ਨ, ਭਾਰਤ ਤੇ ਜਾਪਾਨ ਦੇਸ਼ ਦੇ ਲੋਕਾਂ ਵਿੱਚ ਕੀ ਵੱਖਰਤਾ ਹੈ, ਨਿਬੰਧ ਦੇ ਆਧਾਰ ਤੇ ਬਿਆਨ ਕਰੋ। ਇਹਨਾਂ ਪਾਠਾਂ ਨੂੰ ਇਸ ਪਾਠ ਨੂੰ ਧਿਆਨ ਨਾਲ ਸੁਣੋ, ਪੜ੍ਹੋ ਤੇ ਅਭਿਆਸ ਦੇ ਪ੍ਰਸ਼ਨਾਂ ਨੂੰ ਆਪਣੀ ਨੋਟਬੁੱਕ ਵਿੱਚ ਨੋਟ ਕਰੋ ਤੇ ਕਾਰਿਆ ਪੱਤਰਕ ਤੇ ਕਰੋ। ਧੰਨਵਾਦ ਜੀ।